ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੋਕ ਰਣ ਚੈਨਲ ਪੰਜਾਬੀ। ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਸਿੱਧਾ ਸਵਾਲ ਇਹ ਕਿ ਬੀਜੇਪੀ ਦੇ ਵਿੱਚ ਆਖਰਕਾਰ ਚੱਲ ਕੀ ਰਿਹਾ। ਪਿਛਲੇ 6 ਮਹੀਨਿਆਂ ਦੇ ਵਿੱਚ 5 ਮੁੱਖ ਮੰਤਰੀ ਜਿਹੜੇ ਬਦਲ ਦਿੱਤੇ ਗਏ ਨੇ। ਅਗਲੀ ਗੱਲ ਜਿਹੜੀ ਹੈ ਉਹ ਕਿਹਾ ਜਾ ਰਿਹਾ ਕਿ ਸ਼ਾਇਦ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਸਾਹਿਬ ਤੇ ਉਧਰੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹੋਣਾ ਦਾ ਨੰਬਰ ਵੀ ਲੱਗ ਸਕਦਾ। ਬੀਜੇਪੀ ਦੀ ਰਣਨੀਤੀ ਜਿਹੜੀ ਹੈ 2022 ਤੇ ਅੱਗੋਂ 2024 ਚੋਣਾਂ ਦੇ ਲਈ ਕਿੱਦਾਂ ਚੱਲ ਰਹੀ ਹੈ, ਕਿਉਂਕਿ ਇੱਕ ਪਾਸੇ ਕਿਸਾਨੀ ਅੰਦੋਲਨ ਦਾ ਅਸਰ ਇਸ ਕਦਰ ਹੈ ਕਿ ਕਹਿ ਲਈਏ ਕਿ ਕੇਂਦਰੀ ਲੀਡਰਸ਼ਿਪ ਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਕਿਸਾਨਾਂ ਦੇ ਨਾਲ ਕਿਸ ਢੰਗ ਨਾਲ ਨਜਿੱਠਿਆ ਜਾਵੇ, ਜਾਂ ਉਹ ਆਪਣੀ ਕਿਸੇ ਰਣਨੀਤੀ ਦੇ ਤਹਿਤ ਚੱਲ ਰਹੇ ਨੇ ਕਿ ਹੌਲੀ ਹੌਲੀ ਕਿਵੇਂ ਕਿਸਾਨਾਂ ਦੇ ਮਸਲੇ ਦਾ ਜਿਹੜਾ ਉਹ ਹੱਲ ਕੱਢਿਆ ਜਾਵੇ ਕਿਸੇ ਵੀ ਢੰਗ ਦੇ ਨਾਲ। ਜਦੋਂ ਗੰਨਾ ਕਿਸਾਨਾਂ ਦਾ ਮਸਲਾ ਆਉਂਦਾ ਹੈ ਤਾਂ ਹਰਿਆਣੇ ਦੇ ਵਿੱਚ 12 ਰੁਪਏ ਕੀਮਤ ਜਿਹੜੀ ਵਧੀ ਹੈ, ਉਹਦੇ ਤੋਂ ਬਾਅਦ ਇਹਨਾਂ ਨੇ ਗੰਨਾ ਕਿਸਾਨਾਂ ਨੇ ਜਿਹੜਾ ਜਾ ਕੇ ਖੱਟਰ ਸਾਹਿਬ ਦਾ ਮੂੰਹ ਮਿੱਠਾ ਕਰਾਇਆ। ਹੁਣ ਕਿਹਾ ਜਾ ਰਿਹਾ ਕਿ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਖੱਟਰ ਸਾਹਿਬ ਨੂੰ ਵਿਚੋਲਾ ਪਾ ਕੇ ਤੇ ਕੇਂਦਰ ਦੇ ਨਾਲ ਗੱਲਬਾਤ ਨੂੰ ਅੱਗੇ ਤੋਰਿਆ ਜਾਵੇ। ਕੀ ਕੇਂਦਰ ਸਰਕਾਰ ਜਾਂ ਮੋਦੀ ਸ਼ਾਹ ਦੀ ਜਿਹੜੀ ਜੋੜੀ ਹੈ ਉਹ ਅੱਗੇ ਗੱਲਬਾਤ ਤੋਰਦੀ ਹੈ ਜਾਂ ਨਹੀਂ ਤੋਰਦੀ, ਇਹਦੇ ਉੱਤੇ ਨਜ਼ਰਾਂ ਬਣੀਆਂ ਹੋਈਆਂ। ਚਰਚਾ ਅਸੀਂ ਕਰਾਂਗੇ। ਨਾਲੋਂ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਆਪਣੇ ਲੈਟਰ ਪੈਡ ਤੇ ਚਿੱਠੀ ਪਾਈ ਹੈ ਕਿ ਕਿਸਾਨਾਂ ਦੇ ਨਾਲ ਜੋ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਜੋ ਕੁਝ ਅੱਗੇ ਸਰਕਾਰ ਜਿਹੜੀ ਆ ਉਹ ਕਿਸ ਢੰਗ ਨਾਲ ਕੰਮ ਕਰ ਰਹੀ ਹੈ, ਜੋ ਕਿਸਾਨਾਂ ਦੇ ਖਦਸ਼ੇ ਨੇ, ਦੋਖਲੇ ਨੇ, ਉਹਦੇ ਉੱਤੇ ਵੀ ਜਿਸ ਵਿੱਚ ਜ਼ਿਕਰ ਜਿਹੜਾ ਇੱਕ ਤਾਂ FIR ਦਾ ਜ਼ਿਕਰ ਕੀਤਾ ਗਿਆ ਕਿ ਅਸੀਂ ਉਹਨਾਂ ਉੱਤੇ ਕੰਮ ਕਰ ਰਹੇ ਹਾਂ, ਤੇ ਦੂਜਾ APMC ਮੰਡੀਆਂ ਦੀ ਗੱਲ, ਜਿਹੜਾ ਕਿਸਾਨਾਂ ਦੀ ਫਸਲਾਂ, ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਦੀਆਂ ਫਰਦਾਂ ਸਰਕਾਰ ਵੱਲੋਂ ਜਿਵੇਂ ਲਈਆਂ ਜਾਂਦੀਆਂ ਨੇ ਉਹਨੂੰ ਲੈ ਕੇ, ਤੇ ਨਾਲੋਂ ਨਾਲ ਜਿਵੇਂ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਸਾਡੀ ਸਰਕਾਰ ਨੇ ਜਿਹੜਾ ਮਤਾ ਪਾਸ ਕੀਤਾ ਸੀਗਾ ਇਹਦੇ ਵਿੱਚ ਸੋਧਾਂ ਕਰ ਕੀਤੀਆਂ, ਉਹ ਸਭ ਦੀਆਂ ਗੱਲਬਾਤ ਅਸੀਂ ਅੱਗੇ ਤੋਰਾਂਗੇ। ਤੇ ਨਾਲੋਂ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਲ ਹੈ ਕਿ ਅਕਾਲੀ ਦਲ 17 ਸਤੰਬਰ ਨੂੰ ਸੰਸਦ ਵੱਲ ਕੂਚ ਕਰੇਗਾ। ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਤੋਂ ਸੰਸਦ ਵੱਲ ਕੂਚ ਕੀਤਾ ਜਾਏਗਾ। ਇਸੇ ਦਿਨ ਖੇਤੀ ਕਾਨੂੰਨ ਪਾਸ ਕੀਤੇ ਗਏ ਸੀ, ਲਾਗੂ ਕੀਤੇ ਗਏ, ਜਾਂ ਉਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਹੋਣਾ ਨੇ ਵੀ ਇਹਨਾਂ ਦਿਨਾਂ 'ਚ ਅਸਤੀਫਾ ਦਿੱਤਾ। ਇਸ ਕਰਕੇ ਵਿਰੋਧਤਾ ਦਾ ਦਿਨ ਵੀ ਇਹੀ ਚੁਣਿਆ ਗਿਆ। ਉਧਰ ਕਾਂਗਰਸ ਦੀ ਅੰਦਰੂਨੀ ਖਾਨਾ ਜੰਗੀ ਜਿਹੜੀ ਅਸੀਂ ਦੇਖਦੇ ਹਾਂ ਕਿ ਕੈਪਟਨ ਸਾਹਿਬ ਹੋਰਾਂ ਦੇ ਨੂੰ ਲੈ ਕੇ ਨਵਜੋਤ ਸਿੱਧੂ ਤੇ ਕੈਪਟਨ ਦੇ ਵਿਚਾਲੇ ਸੁਰਜੀਤ ਸਿੰਘ ਧਵਾਨ ਜਿਹੜੇ MLA ਨੇ ਅਮਰਗੜ੍ਹ ਤੋਂ, ਉਹਨਾਂ ਦਾ ਇਹ ਕਹਿਣਾ ਕਿ ਅਸੀਂ ਮੈਂ ਜੋ ਹੈ ਉਹ ਕੈਪਟਨ ਸਾਹਿਬ ਦੀ ਅਗਵਾਈ 'ਚ ਚੋਣ ਨਹੀਂ ਲੜਾਂਗਾ, ਮੈਨੂੰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਕਬੂਲ ਹੈ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਿੰਦਰ ਜੀ। ਸ਼ੁਕਰੀਆ। ਡਾਕਟਰ ਸਾਹਿਬ ਕਿੱਦਾਂ ਦੇਖਦੇ ਹੋ ਹਰਿਆਣੇ ਦੇ ਵਿੱਚ ਕਹਿੰਦੇ ਸ਼ਾਇਦ ਖੱਟਰ ਸਾਹਿਬ ਨੂੰ ਬਦਲਿਆ ਜਾ ਸਕਦਾ, ਗੁਜਰਾਤ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਬਦਲਿਆ ਗਿਆ, ਉਧਰ ਕਰਨਾਟਕ ਦੀ ਯੇਦਿਯੁਰੱਪਾ ਨੂੰ ਬਦਲਿਆ ਗਿਆ, ਇਸ ਤਰ੍ਹਾਂ ਦੀਆਂ ਖਬਰਾਂ। ਉੱਤਰਾਖੰਡ ਦੇ ਵਿੱਚ ਵੀ ਮੁੱਖ ਮੰਤਰੀ ਦੀ ਬਦਲੀ ਕੀਤੀ ਗਈ। ਬੀਜੇਪੀ ਕਿਹੜੀ ਰਣਨੀਤੀ ਤੇ ਕੰਮ ਕਰ ਰਹੀ ਹੈ? ਸੁਖਵਿੰਦਰ ਜੀ ਦੇਖੋ, ਆਪਾਂ ਪਿਛਲੇ ਲਗਭਗ 1 ਸਾਲ ਤੋਂ ਜਦੋਂ ਤੋਂ ਇਹ ਅੰਦੋਲਨ ਚੱਲ ਰਿਹਾ ਹੈ ਉਦੋਂ ਤੋਂ ਹੀ ਬੀਜੇਪੀ ਜਿਹੜੀ ਹੈਗੀ ਹੈ ਬਹੁਤ, ਉਹਨੇ ਜਿਵੇਂ ਤੁਸੀਂ ਕਿਹਾ ਸੀਗਾ ਕਿ ਬੀਜੇਪੀ ਕੀ ਕਰ ਰਹੀ ਹੈ, ਬੀਜੇਪੀ ਅੰਦਰ ਖਾਤੇ ਬਹੁਤ ਸਾਰੀਆਂ ਇਦਾਂ ਦੀਆਂ ਕੂਟਨੀਤੀਆਂ ਤੇ ਕੰਮ ਕਰ ਰਹੀ ਹੈ। ਪਰ ਇਹ ਕੂਟਨੀਤੀਆਂ, ਬਦਕਿਸਮਤੀ ਇਹ ਹੈ ਬੀਜੇਪੀ ਦੀ ਕਿ ਸਾਰੀਆਂ ਕੂਟਨੀਤੀਆਂ ਜਿੰਨੀਆਂ ਵੀ ਚੱਲ ਰਹੀ ਹੈ, ਜੋ ਹੁਣ ਤੱਕ ਜੋ ਆਫਟਰ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਮੋਰਚੇ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਕੂਟਨੀਤੀਆਂ ਚੱਲੀਆਂ ਨੇ ਆਪਣੇ ਤੌਰ ਤੇ, ਉਹ ਹਰ ਕੂਟਨੀਤੀ ਉਹ ਫੇਲ ਹੋਈ ਹੈ ਔਰ ਹਰ ਮੋਰਚੇ ਦੇ ਉੱਤੇ ਉਹ ਫੇਲ ਹੋਏ ਨੇ। ਤੁਸੀਂ ਦੇਖਿਆ ਹੋਵੇਗਾ, ਆਪਾਂ ਜੇ ਤਾਜ਼ੀ ਐਗਜ਼ਾਮਪਲ ਲਈਏ, ਪਿਛਲੇ ਦਿਨਾਂ ਦੇ ਵਿੱਚ ਆਪਾਂ ਹਰਿਆਣੇ ਦੇ ਵਿੱਚ ਹੀ ਦੇਖ ਲਓ ਕਿ ਹਰਿਆਣੇ ਦੇ ਵਿੱਚ ਆਪਣੇ SDM ਤੋਂ ਉਹਨਾਂ ਨੇ ਇੱਕ ਪਾਸੇ ਜਿਹੜਾ ਹੈਗਾ ਕਿਸਾਨਾਂ ਨੂੰ ਕਟਵਾਇਆ, ਉਹਨਾਂ ਦੇ ਉੱਤੇ ਲਾਠੀਆਂ ਚਲਵਾਈਆਂ ਔਰ ਖੂਨਮ ਖੂਨ ਕੀਤਾ। ਦੂਜੇ ਪਾਸੇ ਉਹ ਜਦੋਂ ਕਿਸਾਨਾਂ ਦਾ ਵਿਰੋਧ ਹੋਇਆ, ਉਹ ਵਿਰੋਧ ਉਹਨਾਂ ਨੇ 4 ਦਿਨ ਵੀ ਨਹੀਂ ਝੱਲਿਆ ਔਰ ਕੀ ਹੋਇਆ ਕਿ ਅਲਟੀਮੇਟਲੀ ਪਿੱਛੇ ਹਟਣਾ ਪਿਆ ਔਰ ਉਹਨਾਂ ਨੂੰ ਜਿਹੜਾ ਹੈਗਾ ਆਪਣੇ SDM ਨੂੰ ਜਬਰੀ ਛੁੱਟੀ ਤੇ ਭੇਜਣਾ ਪਿਆ ਔਰ ਨਾਲ ਦੀ ਨਾਲ ਉਹ ਜਿਹੜੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਨੂੰ ਉਹਨਾਂ ਨੇ ਨੌਕਰੀ ਲਈ ਮੰਨਿਆ। ਸੋ ਕਹਿਣ ਦਾ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਕੋਸ਼ਿਸ਼ ਉਹ ਬਹੁਤ ਕਰ ਰਹੀ ਹੈ ਕਿ ਅਸੀਂ ਆਪਣੀਆਂ ਸਟੇਟਾਂ ਨੂੰ ਸੰਭਾਲੀਏ ਔਰ ਉਸ ਇਹਦਾ ਮਤਲਬ ਇਹੀ ਹੈ ਕਿ ਜਦੋਂ ਉਹ ਕਹਿ ਰਹੇ ਨੇ ਕਿ ਅਸੀਂ ਮੁੱਖ ਮੰਤਰੀ ਤੱਕ ਬਦਲ ਰਹੇ ਹਾਂ ਤਾਂ ਇਹਦਾ ਮਤਲਬ ਹੈ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਖਾਨਾ ਜੰਗੀ ਚੱਲ ਰਹੀ ਹੈ। ਕਿਤੇ ਨਾ ਕਿਤੇ ਜਿਹੜਾ ਹੈਗਾ ਵੱਖ-ਵੱਖ ਸਟੇਟਾਂ ਦੇ ਵਿੱਚ, ਤੁਸੀਂ ਪਹਿਲਾਂ ਉੱਤਰਾਖੰਡ ਦੇ ਵਿੱਚ ਦੇਖਿਆ ਹੋਵੇਗਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਹਰਿਆਣੇ ਦੇ ਵਿੱਚ ਵੀ ਖੱਟਰ ਸਾਹਿਬ ਨੂੰ ਬਦਲਿਆ ਜਾਵੇ। ਉਹਦਾ ਵੱਡਾ ਕਾਰਨ ਇਹੀ ਹੈ ਕਿ ਇੱਕ ਪਾਸੇ ਵਿਜ ਸਾਹਿਬ ਨੇ, ਤੁਸੀਂ ਦੇਖਿਆ ਹੋਵੇਗਾ, ਵਿਜ ਸਾਹਿਬ ਦੇ ਅੰਦਰ ਉਹਨਾਂ ਦੀ ਇਹ ਇੱਛਾ ਕਿ
ਇਹਨਾਂ ਤੋਂ ਬਾਅਦ ਮੈਂ ਬਣ ਜਾ। ਔਰ ਖੱਟਰ ਸਾਹਿਬ ਨੂੰ ਵੀ ਇਹੀ ਲੱਗਦਾ ਹੈ ਕਿ ਅਗਲੀਆਂ ਚੋਣਾਂ ਦੇ ਵਿੱਚ ਬੀਜੇਪੀ ਆਉਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ, ਇਸ ਲਈ ਉਹ ਸੈਂਟਰ 'ਚ ਉਹਨਾਂ ਨੇ ਪ੍ਰੈਸ਼ਰ ਬਣਾਇਆ ਹੋਇਆ ਕਿ ਮੈਨੂੰ ਸੈਂਟਰ 'ਚ ਲੈ ਜਾਓ ਤੇ ਉੱਥੇ ਕੋਈ ਮਿਨਿਸਟਰੀ ਦੇ ਦਿਓ। ਸੋ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਦੇ ਅੰਦਰ ਖਾਤੇ ਬਹੁਤ ਸਾਰੀਆਂ ਦਿੱਕਤਾਂ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ, ਔਰ ਇਸੇ ਕਰਕੇ ਦੁਬਾਰਾ ਹਰ ਸਟੇਟ ਦੇ ਵਿੱਚ ਸ਼ਿਫਟਿੰਗ ਜਿਹੜੀ ਹੋ ਰਹੀ ਹੈ, ਇਹ ਕੋਈ ਆਪਣੇ ਆਪ ਤਾਂ ਹੁੰਦੀ ਨਹੀਂ ਹੈ। ਸ਼ਿਫਟਿੰਗ ਉਦੋਂ ਹੀ ਮਜਬੂਰੀ ਦੇ ਵਿੱਚ ਕਰਨੀ ਪੈਂਦੀ ਹੈ ਪਾਰਟੀ ਨੂੰ, ਕੋਈ ਵੀ ਪਾਰਟੀ ਹੈ, ਜਦੋਂ ਅੰਦਰ ਖਾਤੇ ਉਹਨਾਂ ਦਾ ਜਿਹੜਾ ਹੈਗਾ ਅਨੁਸ਼ਾਸਨ ਭੰਗ ਹੋ ਰਿਹਾ ਹੋਵੇ, ਔਰ ਕਿਤੇ ਨਾ ਕਿਤੇ ਸੰਕਟ ਦੀ ਘੜੀ ਜਿਹੜੀ ਹੈਗੀ ਆ ਜਦੋਂ ਆਉਂਦੀ ਹੈ, ਤਾਂ ਉਸ ਸੰਕਟ ਦੀ ਘੜੀ ਨੂੰ ਟਾਲਣ ਦੇ ਲਈ ਇਹ ਸ਼ਿਫਟਿੰਗ ਜਿਹੜੀ ਹੈਗੀ ਹੈ ਕਰਨੀ ਪੈਂਦੀ ਹੈ। ਸੋ ਉਹੀ ਸਾਨੂੰ ਵੱਖ-ਵੱਖ ਸਟੇਟਾਂ ਦੇ ਵਿੱਚ ਇਸ ਵੇਲੇ ਵੱਡੇ ਸੰਕਟ ਬੀਜੇਪੀ ਦੇ ਨਜ਼ਰ ਆ ਰਹੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਇਹ ਕਿਸਾਨ ਅੰਦੋਲਨ ਵਧੇਗਾ, ਤਿਉਂ-ਤਿਉਂ ਤੁਸੀਂ ਦੇਖੋਗੇ ਕਿ ਹੋਰ ਵੱਡੇ ਸੰਕਟ ਜਿਹੜੇ ਨੇ, ਉਹ ਚਾਹੇ ਪੰਜਾਬ ਦੀ ਗੱਲ ਹੋਵੇ, ਚਾਹੇ ਯੂਪੀ ਦੀ ਗੱਲ ਹੋਵੇ। ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਵੀ ਬਹੁਤ ਵੱਡੇ ਸੰਕਟ ਆਏ ਸੀਗੇ, ਔਰ ਯੋਗੀ ਜੀ ਨੂੰ ਬਦਲਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਸੀਗੀਆਂ, ਪਰ ਕਿਤੇ ਨਾ ਕਿਤੇ ਯੋਗੀ ਨੇ ਉਹ ਸਾਰਾ ਡੈਮੇਜ ਕੰਟਰੋਲ ਕੀਤਾ। ਪਰ ਸੰਭਾਵਨਾਵਾਂ ਹਜੇ ਵੀ ਨਜ਼ਰ ਆ ਰਹੀਆਂ ਨੇ ਕਿ ਯੂਪੀ ਦੇ ਵਿੱਚ, ਕਿਉਂਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਪ੍ਰੈਸ਼ਰ, ਸਭ ਤੋਂ ਵੱਧ ਕਿਸਾਨ ਅੰਦੋਲਨ ਦਾ ਪ੍ਰੈਸ਼ਰ ਜਾਏਗਾ, ਉਹ ਯੂਪੀ ਦੇ ਵਿੱਚ ਜਾਏਗਾ, ਔਰ ਉਸ ਕਿਸਾਨ ਅੰਦੋਲਨ ਦੇ ਪ੍ਰੈਸ਼ਰ ਨੂੰ ਯੂਪੀ ਦੀ ਬੀਜੇਪੀ ਸਰਕਾਰ ਜਿਹੜੀ ਹੈਗੀ ਹੈ ਸਹਿ ਸਕੇਗੀ ਜਾਂ ਨਹੀਂ ਸਹਿ ਸਕੇਗੀ, ਇਹ ਹੁਣ ਸਮਾਂ ਦੱਸੇਗਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉੱਤਰਾਖੰਡ ਔਰ ਯੂਪੀ ਦੇ ਵਿੱਚ ਵੱਡੀਆਂ ਸੰਭਾਵਨਾਵਾਂ ਰੱਦੋ ਬਦਲ ਦੀਆਂ ਹੋ ਸਕਦੀਆਂ ਨੇ। ਸੋ ਇਸੇ ਤਰ੍ਹਾਂ ਜਿਹੜੀਆਂ ਆਪਾਂ ਬਾਕੀ ਸਟੇਟਾਂ ਦੇ ਵਿੱਚ ਜਿੱਥੇ ਚੋਣਾਂ ਹੋਣੀਆਂ, ਚਾਹੇ ਗੋਆ ਹੈ, ਚਾਹੇ ਮਨੀਪੁਰ ਹੈ, ਉੱਥੇ ਵੀ ਜਿਹੜੇ ਹੈਗੀਆਂ ਨੇ ਬੀਜੇਪੀ ਦੇ ਪੈਰ ਜਿਹੜੇ ਨੇ ਉਖੜ ਸਕਦੇ ਨੇ। ਸੋ ਕਹਿਣ ਤੋਂ ਮਤਲਬ ਇਹੀ ਹੈ ਕਿ ਹੌਲੀ ਹੌਲੀ ਇੱਕ ਇੱਕ ਕਰਕੇ ਤੁਸੀਂ ਦੇਖੋਗੇ ਕਿ ਵੱਖ-ਵੱਖ ਸਟੇਟਾਂ ਬੀਜੇਪੀ ਜਿਹੜੀ ਹੈਗੀ ਆ ਖੋ ਰਹੀ ਆ। ਖਾਸ ਤੌਰ ਤੇ ਤੁਸੀਂ ਆਪਾਂ ਜਦੋਂ ਪੰਜਾਬ ਦੀ ਵੀ ਗੱਲ ਕਰਦੇ ਆ, ਤਾਂ ਪੰਜਾਬ ਦੇ ਵਿੱਚ ਐਸਾ ਸੁਪਨਾ ਸਾਫ਼ ਹੋਇਆ ਬੀਜੇਪੀ ਦਾ ਕਿ ਅੱਜ ਉਹਨੂੰ 117 ਜਿਹੜੇ ਨੇ, ਉਹ ਹੋ ਸਕਦਾ ਹੈ ਕਿ ਉਹ ਜਿਹੜੇ ਨੁਮਾਇੰਦੇ ਉਹਨਾਂ ਦੇ ਸ਼ਾਇਦ ਨਾ ਮਿਲ ਪਾਉਣ। ਔਰ ਇਹਦਾ ਨਤੀਜਾ ਕੀ ਨਿਕਲ ਰਿਹਾ ਕਿ 24 ਦੀਆਂ ਜਿਹੜੀਆਂ ਚੋਣਾਂ ਹੋਣਗੀਆਂ, 24 ਦੇ ਵਿੱਚ ਤੁਸੀਂ ਦੇਖੋਗੇ ਕਿ ਜੇਕਰ ਯੂਪੀ ਦੇ ਵਿੱਚ ਹਾਰਦੀ ਹੈ, ਉੱਤਰਾਖੰਡ ਦੇ ਵਿੱਚ ਹਾਰਦੀ ਹੈ, ਪੰਜਾਬ ਦੇ ਵਿੱਚ ਹਾਰਦੀ ਹੈ, ਮਨੀਪੁਰ ਦੇ ਵਿੱਚ ਹਾਰਦੀ ਹੈ ਬੀਜੇਪੀ, ਗੋਆ ਦੇ ਵਿੱਚ ਹਾਰਦੀ ਹੈ, ਤਾਂ ਲਾਜ਼ਮੀ ਤੌਰ ਤੇ 24 ਦਾ ਜਿਹੜਾ ਹੈਗਾ ਇਹਦਾ ਨਤੀਜਾ ਇਹ ਹੋਏਗਾ ਕਿ 24 ਦੇ ਵਿੱਚ ਬਹੁਤ ਵੱਡੇ ਸੰਕਟ ਆਉਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਔਰ ਜੇਕਰ ਇਹ ਮਸਲਾ ਹੱਲ ਨਾ ਹੋਇਆ ਕਿਸਾਨਾਂ ਦਾ, ਤਾਂ ਲਾਜ਼ਮੀ ਤੌਰ ਤੇ 24 ਵੀ ਹਾਰ ਸਕਦੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਮੈਨੂੰ ਲੱਗਦਾ ਹੈ ਕਿ ਇੱਕ ਜਿਹੜੀ ਹੈਗੀ ਸ਼ੁਰੂਆਤ ਬੰਗਾਲ ਤੋਂ ਹੋ ਚੁੱਕੀ ਹੈ। ਬੰਗਾਲੀਆਂ ਨੇ ਸ਼ੁਰੂਆਤ ਕਰ ਦਿੱਤੀ ਸੀਗੀ ਪਿਛਲੇ ਦਿਨਾਂ ਦੇ ਵਿੱਚ, ਜਦੋਂ ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ 200 ਸੀਟਾਂ ਇੱਥੇ ਜਿੱਤਾਂਗੇ, ਸੱਤਾ ਕਾਇਮ ਕਰਾਂਗੇ। ਉਹ ਸੱਤਾ ਜਿਹੜੀ ਹੈਗੀ ਹੈ ਕਾਇਮ ਤਾਂ ਕੀ ਕਰ ਸਕੇ, ਉਹ ਵੀ ਜਿਹੜੀਆਂ 70 ਸੀਟਾਂ ਉਹਨਾਂ ਨੇ ਲਈਆਂ ਸੀ ਬੰਗਾਲ ਦੇ ਵਿੱਚ, ਉਹ ਵੀ ਕਿਤੇ ਨਾ ਕਿਤੇ ਅੱਜ ਜਾ ਰਹੀਆਂ ਨੇ। ਉਹਦੇ ਵਿੱਚੋਂ ਬੀਜੇਪੀ ਦੇ ਵਿੱਚੋਂ ਵੀ ਜਿਹੜੇ ਲੋਕ ਛੱਡ ਕੇ ਬਾਕੀ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਿਫਟ ਹੋ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਬੀਜੇਪੀ ਦਾ ਜਿਹੜੀ ਹੈਗੀ ਹੈ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸੋ ਇਸ ਕਰਕੇ ਜਾਂ ਤਾਂ ਬੀਜੇਪੀ ਨੂੰ ਆਪਣੀਆਂ ਨੀਤੀਆਂ ਬਦਲਣੀਆਂ ਪੈਣਗੀਆਂ, ਇੱਕ ਪਾਸੜ ਨੀਤੀਆਂ ਜਿਹੜੀਆਂ ਲੋਕਾਂ ਨੂੰ ਉਹਨਾਂ ਦੇ ਭਰਮਾਉਣ ਦੇ ਲਈ, ਜਿਹੜੀ ਪੋਲਰਾਈਜੇਸ਼ਨ ਧਰਮ ਦੇ ਨਾਂ ਦੇ ਉੱਤੇ, ਜਾਂ ਤੁਸੀਂ ਦੇਖੋਗੇ ਇੱਕ ਤਾਂ ਧਾਰਮਿਕ ਪੱਤਾ ਹਮੇਸ਼ਾ ਖੇਡਦੀ ਹੈ, ਦੂਸਰਾ ਜਿਹੜਾ ਵੱਡਾ ਪੱਤਾ ਹੈ ਕਿ ਹਰ ਚੀਜ਼ ਨੂੰ ਪ੍ਰਾਈਵੇਟ ਕਰ ਦੋ, ਚਾਹੇ ਉਹ ਰੇਲਵੇ ਹੈ, ਚਾਹੇ ਉਹ ਮੁਲਾਜ਼ਮ ਨੇ, ਚਾਹੇ ਕੁਝ ਵੀ ਹੈ। ਆਪਾਂ ਨੇ ਹੁਣ ਤੱਕ ਦੇਖਿਆ ਹੈ ਕਿ ਬੀਜੇਪੀ ਦੀ ਜਿਹੜੀਆਂ ਪਿਛਲੇ 7.5 ਸਾਲਾਂ ਦੇ ਵਿੱਚ ਪਾਲਿਸੀ ਰਹੀ ਹੈ ਕਿ ਹਰ ਚੀਜ਼ ਨੂੰ, ਜੋ ਵੀ ਸਰਕਾਰੀ ਚੀਜ਼ ਆ ਉਹਨਾਂ ਦੇ ਹੱਥ 'ਚ ਹੈ, ਉਹਨਾਂ ਨੇ ਕਿਹਾ ਵੀ ਇਹਨੂੰ ਕਿਵੇਂ ਨਾ ਕਿਵੇਂ ਪ੍ਰਾਈਵੇਟ ਕਰੋ। ਔਰ ਜਿਉਂ-ਜਿਉਂ ਪ੍ਰਾਈਵੇਟ ਹੱਥਾਂ 'ਚ ਜਾਏਗੀ, ਤਿਉਂ-ਤਿਉਂ ਹੈਗਾ ਜਿਹੜਾ ਸਰਕਾਰੀ ਸੈਕਟਰ ਹੈ ਉਹ ਘਟੇਗਾ, ਔਰ ਸਰਕਾਰੀ ਨੌਕਰੀਆਂ ਘਟ ਰਹੀਆਂ ਨੇ, ਔਰ ਵੱਡੇ ਸੰਕਟ ਇਸ ਵੇਲੇ ਸਰਕਾਰੀ ਸੈਕਟਰ ਦੇ ਉੱਤੇ ਆ ਰਹੇ ਨੇ। ਸੋ ਨਤੀਜਾ ਕੀ ਨਿਕਲ ਰਿਹਾ? ਨਤੀਜਾ ਬੇਰੁਜ਼ਗਾਰੀ ਦੇ, ਲੋਕਾਂ ਦੇ ਵਿੱਚ ਬੇਰੁਜ਼ਗਾਰੀ ਫੈਲ ਰਹੀ ਹੈ। ਕਰੋਨਾ ਦੇ ਦੌਰ ਦੇ ਵਿੱਚ ਵੱਡੀਆਂ ਫੈਕਟਰੀਆਂ ਜਿਹੜੀਆਂ ਨੇ ਉਹ ਬੰਦ ਹੋ ਗਈਆਂ, ਔਰ ਲੋਕਾਂ ਦੇ ਰੁਜ਼ਗਾਰ ਚਲੇ ਗਏ, ਔਰ ਅਰਬਾਂ ਖਰਬਾਂ ਦਾ ਜਿਹੜੀ ਹੈਗਾ ਘਾਟਾ ਪਿਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਚਾਰੇ ਪਾਸੇ ਘਿਰ ਚੁੱਕੀ ਹੈ, ਔਰ ਆਪਣਾ ਇਹ ਸਾਰਾ ਘਾਟਾ ਉਹ ਕਿਵੇਂ ਪੂਰਾ ਕਰਨਾ ਚਾਹੁੰਦੀ ਹੈ? ਸਿਰਫ ਤੇਲ ਦੀਆਂ ਕੀਮਤਾਂ, ਗੈਸ ਦੀਆਂ ਕੀਮਤਾਂ ਵਧਾ ਕੇ, ਕਿ ਚਲੋ ਹੋਰ ਤਾਂ ਕਿਤੋਂ ਨਹੀਂ ਆਉਂਦਾ ਪੈਸਾ, ਕਿ ਤੇਲ ਦੀਆਂ ਕੀਮਤਾਂ ਆਪਾਂ ਦੇਖੀਆਂ ਨੇ ਕਿਵੇਂ, ਕਿਸ ਕਿਸਮ ਦੀ ਜਿਹੜੀ ਮਹਿੰਗਾਈ ਹੋਈ ਹੈ। ਮੈਨੂੰ ਲੱਗਦਾ ਹੈ ਕਿ 75 ਸਾਲ ਦੀ ਆਜ਼ਾਦੀ ਤੋਂ ਬਾਅਦ ਇਦਾਂ ਦੀ ਮਹਿੰਗਾਈ ਕਦੇ ਵੀ ਭਾਰਤੀਆਂ ਨੇ ਨਹੀਂ ਸੀ ਵੇਖੀ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਚਾਰੇ ਪਾਸੇ ਜਿਹੜੀ ਹੈਗੀ ਹੈ ਬੀਜੇਪੀ ਹਰ ਪੱਖੋਂ ਫੇਲ ਹੁੰਦੀ ਨਜ਼ਰ ਆ ਰਹੀ ਹੈ, ਚਾਹੇ ਉਹ ਕਿਸਾਨਾਂ ਦਾ ਮੁੱਦਾ ਹੋਵੇ, ਚਾਹੇ ਮਹਿੰਗਾਈ ਦਾ ਮੁੱਦਾ ਹੋਵੇ, ਚਾਹੇ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਚਾਹੇ ਵਪਾਰੀਆਂ ਦਾ ਮੁੱਦਾ ਹੋਵੇ। ਹਰ ਵਰਗ ਜਿਹੜਾ ਹੈਗਾ ਇਸ ਵੇਲੇ
ਬੀਜੇਪੀ ਨੂੰ ਵੋਟ ਦੇ ਕੇ ਪਛਤਾ ਰਿਹਾ ਹੈ। ਸੋ ਨਤੀਜਾ ਕੀ ਨਿਕਲ ਰਿਹਾ, ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੀ ਹੈਗੀ ਹੈ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਲਗਾਤਾਰ ਜਿਹੜੀਆਂ ਨੇ ਤੁਸੀਂ ਦੇਖੋਗੇ ਕਿ ਇਹਨਾਂ ਦੇ ਉੱਤੇ ਪ੍ਰੈਸ਼ਰ ਬਣਾ ਰਹੀਆਂ ਨੇ ਬੀਜੇਪੀ ਦੇ ਉੱਤੇ, ਔਰ ਬੀਜੇਪੀ ਦੀ ਫੁੱਟ ਜਿਹੜੀ ਹੈਗੀ ਹੈ ਇਹਦੇ ਵਿੱਚੋਂ ਸਾਫ਼ ਝਲਕਦੀ ਨਜ਼ਰ ਆ ਰਹੀ ਹੈ ਸੁਖਵਿੰਦਰ ਜੀ। ਜੀ ਜੀ ਜੀ, ਬਿਲਕੁਲ ਬਿਲकुल। ਅਗਲਾ ਸਵਾਲ ਜਿਹੜਾ ਡਾਕਟਰ ਸਾਹਿਬ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਇੱਕ ਚਿੱਠੀ ਜਿਹੜੀ ਉਹਨਾਂ ਨੇ ਲੈਟਰ ਲਿਖੀ ਕਿ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ, ਤੇ ਦੂਜੇ ਪਾਸੇ ਅਕਾਲੀ ਦਲ ਦਾ ਵੀ ਨਾਲ ਹੀ ਆ ਕਿ ਅਕਾਲੀ ਦਲ ਵਾਲੇ 17 ਸਤੰਬਰ ਨੂੰ ਸੰਸਦ ਵੱਲ ਕੂਚ ਕਰ ਰਹੇ ਨੇ। ਹਾਲਾਂਕਿ ਕਾਂਗਰਸ ਦੀ ਇਹੋ ਜਿਹੀ ਕੋਈ ਵੀ ਪਲੈਨਿੰਗ ਜਿਹੜੀ ਹੈ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਨਿਕਲ ਕੇ ਸਾਹਮਣੇ ਨਹੀਂ ਆਈ। ਸਿੱਧੂ ਸਾਹਿਬ ਦੀ ਚਿੱਠੀ ਤੇ ਅਕਾਲੀ ਦਲ ਦਾ ਜਿਹੜਾ ਕੂਚ ਹੈ, ਇਹਨਾਂ ਦੋਨਾਂ ਨੂੰ ਕਿੱਦਾਂ ਦੇਖਦੇ ਹੋ? ਸੁਖਵਿੰਦਰ ਜੀ, ਜਦੋਂ ਅਸੀਂ ਇਹਨਾਂ ਬਿੱਲਾਂ ਦੇ ਇਤਿਹਾਸ ਬਾਰੇ ਜਾਣਾਂਗੇ, ਜਦੋਂ ਇਹਦਾ ਇਤਿਹਾਸ ਲਿਖਿਆ ਜਾ ਰਿਹਾ ਹੈ ਔਰ ਇਸ ਇਤਿਹਾਸ 'ਚ ਕੀ ਹੈ, ਇਸ ਇਤਿਹਾਸ 'ਚ ਦੋਨੋਂ ਧਿਰਾਂ ਹੀ ਜਿਹੜੀਆਂ ਨੇ ਸ਼ਾਮਲ ਨੇ। ਤੁਸੀਂ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਕਾਨੂੰਨ ਬਣਾਏ ਜਾ ਰਹੇ ਸੀਗੇ, ਵੱਖ-ਵੱਖ ਸਟੇਟਾਂ ਦੀਆਂ ਦੇ ਖਾਸ ਤੌਰ ਤੇ ਮੁੱਖ ਮੰਤਰੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਸੀ ਕਿ ਇਹ ਕਾਨੂੰਨ ਜਿਹੜਾ ਹੈਗਾ ਬਣਾਇਆ ਜਾਵੇ ਔਰ ਕਿਵੇਂ ਬਣਾਇਆ ਜਾਵੇ, ਜਾਂ ਇਹਦੇ ਵਿੱਚ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਉਹ ਮੀਟਿੰਗਾਂ ਜਦੋਂ ਚੱਲੀਆਂ ਤਾਂ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਕੈਪਟਨ ਸਾਹਿਬ ਵੀ ਸ਼ਾਮਲ ਹੋਏ, ਔਰ ਖਜ਼ਾਨਾ ਮੰਤਰੀ ਦੇ ਤੌਰ ਤੇ ਆਪਾਂ ਨੂੰ ਪਤਾ ਹੈ ਕਿ ਮਨਪ੍ਰੀਤ ਬਾਦਲ ਉਹਨਾਂ ਮੀਟਿੰਗਾਂ 'ਚ ਸ਼ਾਮਲ ਸੀਗੇ। ਉਸ ਤੋਂ ਬਾਅਦ ਜਦੋਂ ਆਪਾਂ ਕਹਿੰਦੇ ਆ ਕਿ ਅਕਾਲੀ ਦਲ ਔਰ ਬੀਜੇਪੀ ਦੀ ਕਿਉਂਕਿ ਬੜੀ ਦੇਰ ਗੱਠਜੋੜ ਰਿਹਾ, ਜਦੋਂ ਇਹ ਕਾਨੂੰਨ ਬਣ ਰਹੇ ਸੀਗੇ ਤਾਂ ਲਾਜ਼ਮੀ ਤੌਰ ਤੇ ਕਿਉਂਕਿ ਭਾਈਵਾਲ ਸੀਗਾ ਅਕਾਲੀ ਦਲ, ਇਸ ਕਰਕੇ ਉਹਦੀ ਸਿੱਧੇ ਤੌਰ ਤੇ ਭਾਗੀਦਾਰੀ ਸੀਗੀ, ਔਰ ਉਹਨਾਂ ਨੇ ਬਕਾਇਦਾ ਤੌਰ ਤੇ ਜਦੋਂ ਇਹ ਕਾਨੂੰਨ ਬਣਾਏ ਗਏ ਔਰ ਉਹਨਾਂ ਕਾਨੂੰਨਾਂ ਦੇ ਉੱਤੇ ਸਾਈਨ ਬਕਾਇਦਾ ਤੌਰ ਤੇ ਮਿਨਿਸਟਰ ਸਾਹਿਬਾਨ ਦੇ ਬੀਬੀ ਹਰਸਿਮਰਤ ਬਾਦਲ ਜੀ ਦੇ ਹੋਏ ਆ। ਇਹਨੂੰ ਕੋਈ ਜਿਹੜਾ ਹੈਗਾ ਮੁੱਕਰ ਨਹੀਂ ਸਕਦਾ ਇਸ ਗੱਲ ਤੋਂ। ਸੋ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਦੋਵੇਂ ਪਾਰਟੀਆਂ ਹੀ, ਔਰ ਇੱਥੋਂ ਤੱਕ ਕਿ ਅਕਾਲੀ ਦਲ ਤਾਂ ਸਿਰਫ ਉਹਨਾਂ ਨੇ ਸਾਈਨ ਹੀ ਨਹੀਂ ਕੀਤੇ, ਸਗੋਂ ਅਗਲੇ 2-2.5 ਮਹੀਨੇ ਉਹ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਰਿਹਾ ਕਿ ਇਹ ਕਾਨੂੰਨ ਤਾਂ ਹੈ ਹੀ ਬਹੁਤ ਵਧੀਆ ਨੇ, ਹੈ ਹੀ ਜਿਹੜੇ ਨੇ ਕਿਸਾਨਾਂ ਦੇ ਪੂਰੇ ਪੱਖ 'ਚ ਭੁਗਤਦੇ ਨੇ, ਔਰ ਕਿਸਾਨਾਂ ਦੀ ਜਿਹੜੀ ਹੈਗੀ ਬਿਹਤਰੀ ਦੇ ਲਈ, ਉਹਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਇਹ ਜਿਹੜੇ ਕਾਨੂੰਨ ਨੇ ਇਹ ਬਣਾਏ ਜਾ ਰਹੇ ਨੇ। ਸੋ ਲਗਾਤਾਰ ਉਹਨਾਂ ਨੇ ਆਪ ਵੀ ਹਰਸਿਮਰਤ ਬਾਦਲ ਹੋਰਾਂ ਨੇ, ਬੀਬੀ ਜੀ ਨੇ ਜਿਹੜਾ ਹੈਗਾ ਬਕਾਇਦਾ ਤੌਰ ਤੇ ਆਪਣੀਆਂ ਮੀਟਿੰਗਾਂ ਦੇ ਵਿੱਚ, ਆਪਣੀਆਂ ਇੰਟਰਵਿਊਜ਼ ਦੇ ਵਿੱਚ, ਔਰ ਆਪਣੀਆਂ ਜਿੰਨੀਆਂ ਵੀ ਉਹਨਾਂ ਦੀਆਂ ਉਸ ਵੇਲੇ ਵੀਡੀਓਜ਼ ਵਾਇਰਲ ਹੋਈਆਂ ਨੇ ਉਹਦੇ ਵਿੱਚ ਉਹ ਲਗਾਤਾਰ ਉਹ ਕਹਿੰਦੇ ਨਜ਼ਰ ਆਏ ਨੇ ਕਿ ਕਾਨੂੰਨ ਜਿਹੜੇ ਨੇ ਉਹ ਲਾਗੂ ਹੀ ਹੋਣੇ ਚਾਹੀਦੇ ਨੇ। ਔਰ ਕੱਲਾ ਇੱਥੋਂ ਨਹੀਂ ਤੱਕ ਗੱਲ ਸੀਮਤ ਨਹੀਂ ਰਹਿ ਜਾਂਦੀ, ਸਗੋਂ ਉਹਨਾਂ ਨੇ ਵੱਡੇ ਬਾਦਲ ਸਾਹਿਬ ਜਿਹੜੇ ਕਿ ਬਹੁਤ ਘੱਟ ਬਾਹਰ ਨਿਕਲਦੇ ਸੀਗੇ, ਉਹਨਾਂ ਤੋਂ ਬਕਾਇਦਾ ਤੌਰ ਤੇ ਉਹਨਾਂ ਦੀ ਵੀਡੀਓ ਬਣਾਈ ਗਈ ਔਰ ਉਹਨਾਂ ਤੋਂ ਕਹਾਇਆ ਗਿਆ ਇਹ ਕਾਨੂੰਨ ਜਿਹੜੇ ਨੇ ਕਿਸਾਨਾਂ ਨੂੰ ਮੰਨ ਲੈਣੇ ਚਾਹੀਦੇ ਨੇ, ਔਰ ਇਹ ਕਾਨੂੰਨ ਜਿਹੜੇ ਨੇ ਬਹੁਤ ਲਾਹੇਵੰਦ ਨੇ। ਸੋ ਤੁਸੀਂ ਦੇਖੋਗੇ ਕਿ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਲਗਾਤਾਰ ਦੋਵੇਂ ਪਾਰਟੀਆਂ, ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਉਹਨਾਂ ਦੀ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਬੁਨਿਆਦੀ ਤੌਰ ਤੇ ਭਾਗੀਦਾਰੀ ਜਿਹੜੀ ਹੈਗੀ ਹੈ ਰਹੀ ਹੈ। ਹੁਣ ਬੇਸ਼ੱਕ ਮਗਰਮੰਚ ਤੇ ਜਦੋਂ ਕਿਸਾਨਾਂ ਨੇ ਇਹਦਾ ਵਿਰੋਧ ਕਰਨਾ ਸ਼ੁਰੂ ਕੀਤਾ, ਹੁਣ ਉਹ ਮਗਰਮੱਛ ਦੇ ਜਿਹੜੇ ਨੇ ਹੰਝੂ ਵਹਾ ਰਹੇ ਨੇ, ਦੋਨੋਂ ਪਾਰਟੀਆਂ ਵਹਾ ਰਹੀਆਂ ਨੇ ਕਿ ਉਹ ਇੱਕ ਤੋਂ ਦੂਜੀ ਪਾਰਟੀ ਚੜ ਕੇ ਆ ਕਿ ਅਸੀਂ, ਉਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਪੱਖ 'ਚ, ਔਰ ਇਹ ਅਕਾਲੀ ਦਲ ਕਹਿੰਦਾ ਕਿ ਅਸੀਂ ਤਾਂ ਜ਼ਿਆਦਾ ਕਿਸਾਨਾਂ ਦੇ ਪੱਖ 'ਚ, ਜਦੋਂ ਕਿ ਦੋਵੇਂ ਪਾਰਟੀਆਂ ਕਿਸੇ ਵੇਲੇ, ਅੱਜ ਤੋਂ 1 ਸਾਲ ਪਹਿਲਾਂ ਤੁਸੀਂ ਯਾਦ ਕਰੋ ਜਦੋਂ ਇਹ ਅੰਦੋਲਨ ਹਜੇ ਨਹੀਂ ਸੀ ਉਸ ਕਿਸਮ ਦਾ ਬਣਿਆ, ਤਾਂ ਦੋਵੇਂ ਪਾਰਟੀਆਂ ਹੀ ਕਿਸਾਨਾਂ ਨੂੰ ਇਹ ਕਹਿੰਦੀਆਂ ਸੀਗੀਆਂ ਕਿ ਇਹ ਤਾਂ ਵਿਹਲੜ ਲੋਕ ਨੇ, ਘਰਾਂ 'ਚ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ, ਇਸ ਕਰਕੇ ਇਹ ਸੜਕਾਂ ਤੇ ਰੇਲਾਂ ਤੇ ਆ ਕੇ ਬਹਿ ਜਾਂਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਉਸ ਵੇਲੇ ਉਹਨਾਂ ਦਾ ਨਜ਼ਰੀਆ ਹੋਰ ਸੀਗਾ, ਪਰ ਜਦੋਂ ਇਹ ਇੱਕ ਲੋਕ ਲਹਿਰ ਬਣੀ, ਜਦੋਂ ਆਮ ਲੋਕ ਇਸ ਸੰਘਰਸ਼ ਦੇ ਨਾਲ ਜੁੜੇ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਮਜਬੂਰੀ ਦੇ ਵਸ ਆਪਣਾ ਜਿਹੜਾ ਹੈਗਾ ਗੱਠਜੋੜ ਤੋੜਨਾ ਪਿਆ ਅਕਾਲੀ ਦਲ ਨੂੰ, ਔਰ ਬੀਜੇਪੀ ਜਿਹੜੀ ਹੈਗੀ ਹੈ ਵੱਖਰੇ ਤੌਰ ਤੇ ਹੋਈ, ਔਰ ਇਸੇ ਤਰ੍ਹਾਂ ਕਾਂਗਰਸ ਨੂੰ ਵੀ ਬਹੁਤ ਸਾਰੇ ਪਾਪੜ ਵੇਲਣੇ ਪਏ। ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਉਹ ਜਿਹੜੇ ਨੇ ਬਿੱਲ ਲਿਆ ਕੇ ਉਹਦੇ ਵਿੱਚ ਸੋਧਾਂ ਦੀ ਤਜਵੀਜ਼ ਰੱਖਣੀ ਪਈ, ਔਰ ਇਸੇ ਤਰ੍ਹਾਂ ਬਹੁਤ ਸਾਰੀ ਆਪਾਂ ਕਹਿ ਸਕਦੇ ਹਾਂ ਕਿ ਵੱਖ-ਵੱਖ ਪਾਰਟੀਆਂ, ਮੈਂ ਇਕੱਲੇ ਅਕਾਲੀ ਦਲ, ਬੀਜੇਪੀ ਜਾਂ ਕਾਂਗਰਸ ਦੀ ਗੱਲ ਨਹੀਂ ਕਰ ਰਿਹਾ, ਬਾਕੀ ਪਾਰਟੀਆਂ ਵੀ ਜਿਹੜੀਆਂ ਨੇ ਉਹਨਾਂ ਨੇ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਬਹੁਤ ਕਿਸਾਨਾਂ ਦੇ ਨੇੜੇ ਜੁੜੇ ਹੋਏ ਹਾਂ, ਕਿਸਾਨਾਂ ਦੇ ਭਗਤਾਂ, ਕਿਸਾਨਾਂ ਦੀ ਜਿਹੜੀ ਹੈਗੀ ਆ ਬਿਹਤਰੀ ਚਾਹੁੰਦੇ ਹਾਂ। ਸੋ ਇਸ ਕਿਸਮ ਦੀਆਂ ਗੱਲਾਂ ਉਸ ਵੇਲੇ ਜਿਹੜੀਆਂ ਸੀਗੀਆਂ ਹੁੰਦੀਆਂ ਰਹੀਆਂ, ਔਰ ਇਹ ਗੱਲਾਂ ਹੁਣ ਵੀ ਜਾਰੀ ਨੇ। ਕਹਿਣ ਦਾ ਮਤਲਬ ਇਹੀ ਹੈ ਕਿ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਦੋਵਾਂ ਨੇ ਇਹਨਾਂ ਬਿੱਲਾਂ ਨੂੰ ਲਾਗੂ ਕਰਨ ਦੇ ਵਿੱਚ ਜਾਂ ਇਹਨਾਂ ਬਿੱਲਾਂ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਇੰਪੋਰਟੈਂਟ ਰੋਲ ਰਿਹਾ। ਇਸ ਰੋਲ ਤੋਂ ਕੋਈ ਵੀ ਡਿਨਾਈ ਨਹੀਂ ਕਰ ਸਕਦਾ। ਆਮ ਲੋਕ ਜਿਹੜੇ ਨੇ, ਆਮ ਕਿਸਾਨ, ਇਸੇ ਲਈ ਤਾਂ ਕਿਸਾਨ ਇਹਨਾਂ ਨੂੰ ਘੇਰ ਰਹੇ ਨੇ
ਵੱਖ-ਵੱਖ ਪਾਰਟੀਆਂ ਨੂੰ ਕਿਉਂ ਕਹਿ ਰਹੇ ਨੇ? ਇਹਨਾਂ ਗੱਲਾਂ ਦੇ ਲਈ ਪੁੱਛਣ ਦੇ ਲਈ ਕਹਿ ਰਹੇ ਨੇ ਕਿ ਮੰਨ ਲਓ ਕਿਸਾਨਾਂ ਦੀ ਗੱਲ ਆਉਂਦੀ ਹੈ ਜਦੋਂ ਕਿਸਾਨ ਕਾਂਗਰਸ ਵਾਲਿਆਂ ਨੂੰ ਇਹ ਵੀ ਪੁੱਛਦੇ ਨੇ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਕਿਹਾ ਸੀਗਾ ਕਿ ਅਸੀਂ ਕਰਜ਼ਾ ਮਾਫ ਕਰ ਦਿਆਂਗੇ। ਔਰ ਕਿਹੜਾ ਕਰਜ਼ਾ? ਉਹਨਾਂ ਨੇ ਕਿਹਾ ਸੀਗਾ ਕਿ ਹਰ ਤਰ੍ਹਾਂ ਦਾ ਕਰਜ਼ਾ, ਚਾਹੇ ਉਹ ਕੋਆਪਰੇਟ ਬੈਂਕਾਂ ਦਾ ਹੈ, ਚਾਹੇ ਦੂਸਰੇ ਬੈਂਕਾਂ ਦਾ ਹੈ, ਚਾਹੇ ਆੜਤੀਆਂ ਦਾ ਕਰਜ਼ਾ ਹੈ, 100% ਕਰਜ਼ਾ ਜਿਹੜਾ ਹੈਗਾ ਮਾਫ ਹੋਏਗਾ। ਪਰ ਆਪਾਂ ਨੂੰ ਪਤਾ ਹੈ ਕਿ ਉਹ ਕਰਜ਼ਾ ਮਾਫ ਹੋਇਆ ਜਾਂ ਕਿੰਨਾ ਕੁ ਮਾਫ ਹੋਇਆ, ਉਹ ਸਾਰੇ ਉਹਦੇ ਬਾਰੇ ਆਪਾਂ ਜਾਣਦੇ ਹਾਂ। ਸੋ ਇਸ ਕਰਕੇ ਕਹਿਣ ਦਾ ਮਤਲਬ ਇਹੀ ਹੈ ਕਿ ਕਿਸਾਨ ਇਸ ਵੇਲੇ ਸਾਰਾ ਕੁਝ ਸਮਝ ਰਿਹਾ ਹੈ। ਕਿਸਾਨਾਂ ਨੂੰ ਕਿਹੜੀ ਪਾਰਟੀ ਕੀ ਉਹਨਾਂ ਦੇ ਨਾਲ ਬਿਹੇਵ ਕਰਦੀ ਰਹੀ ਹੈ ਹੁਣ ਤੱਕ, ਉਹਨਾਂ ਦਾ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਕੀ ਉਹਨਾਂ ਦੀ ਦੇਣ ਹੈ ਜਾਂ ਕੀ ਉਹਨਾਂ ਦੀ ਜਿਹੜੀ ਹੈਗੀ ਹੈ ਖੂਬੀਆਂ ਖਾਮੀਆਂ, ਸਾਰਾ ਕੁਝ ਲੋਕ ਜਿਹੜੇ ਨੇ ਇਸ ਵੇਲੇ ਸਾਰਿਆਂ ਦੇ ਸਾਹਮਣੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਹੁਣ ਬਹੁਤਾ ਦੇਰ ਮਗਰਮੱਛ ਦੇ ਹੰਝੂ ਬਹਾ ਕੇ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਖਾਸ ਤੌਰ ਤੇ ਤੁਸੀਂ ਪਿੱਛੇ ਲਾ ਕੇ ਉਹਨਾਂ ਦੀਆਂ ਵੋਟਾਂ ਲੈਣੀਆਂ ਜਿਹੜੀਆਂ ਨੇ, ਉਹ ਮੈਨੂੰ ਲੱਗਦਾ ਹੈ ਇਸ ਵੇਲੇ ਸੰਭਵ ਨਜ਼ਰ ਨਹੀਂ ਆ ਰਹੀਆਂ। ਕਿਸਾਨ ਜਿਹੜਾ ਹੈਗਾ ਬਹੁਤ ਚੇਤੰਨ ਹੋਇਆ ਪਿਛਲੇ 1 ਸਾਲ ਦੇ ਵਿੱਚ, ਇਸ ਅੰਦੋਲਨ ਨੇ ਉਸ ਨੂੰ ਬਹੁਤ ਚੇਤੰਨ ਕੀਤਾ। ਅੱਜ ਆਪਾਂ ਦੇਖ ਰਹੇ ਹਾਂ ਕਿ ਅੱਜ ਜੋ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਉਹ ਉਹਨਾਂ ਨੂੰ ਮੰਨਣਾ ਪੈ ਰਿਹਾ ਔਰ ਉਹਨਾਂ ਦੇ ਅੱਗੇ ਆਉਣਾ ਪੈ ਰਿਹਾ। ਪਹਿਲਾਂ ਕੀ ਹੁੰਦਾ ਸੀਗਾ? ਪਹਿਲਾਂ ਮੀਟਿੰਗਾਂ ਦੇ ਲਈ ਇਹਨਾਂ ਦੇ ਹਾੜੇ ਕੱਢਣੇ ਪੈਂਦੇ ਸੀਗੇ, ਚਾਹੇ ਜਿਹੜੀ ਵੀ ਧਿਰ ਸੱਤਾ 'ਚ ਹੁੰਦੀ ਸੀ, ਚਾਹੇ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਪਹਿਲਾਂ ਇਹ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਸੀ ਦੇ ਦਿੰਦੇ। ਅੱਜ ਮੈਨੂੰ ਲੱਗਦਾ ਕਿ ਬਿਲਕੁਲ ਉਲਟ ਹੋ ਚੁੱਕੀ ਹੈ ਦਿਸ਼ਾ ਔਰ ਅੱਜ ਲੋਕ ਕਿਸਾਨ ਜਿਹੜੇ ਨੇ ਉਹ ਇਹਨਾਂ ਨੂੰ ਬੁਲਾ ਕੇ ਆਪਣਾ ਸਮਾਂ, ਅੱਜ ਇਹ ਪਾਰਟੀਆਂ ਕਿਸਾਨਾਂ ਤੋਂ ਸਮਾਂ ਮੰਗ ਰਹੀਆਂ ਨੇ। ਸੋ ਤੁਸੀਂ ਇਹੀ ਚੀਜ਼ ਹੈ ਕਿ ਇਹਦਾ ਮਤਲਬ ਇਹੀ ਹੈ ਕਿ ਲੋਕ ਇਸ ਵੇਲੇ ਚੇਤੰਨ ਹੋ ਚੁੱਕੇ ਨੇ, ਕਿਸਾਨ ਕੌਨਸ਼ੀਅਸ ਹੋ ਚੁੱਕਿਆ ਹੈ, ਆਪਣੇ ਹੱਕਾਂ ਤੋਂ ਉਹ ਜਾਣ ਚੁੱਕਿਆ ਹੈ ਔਰ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਨੂੰ ਭਰਮਾ ਕੇ ਵੋਟਾਂ ਲੈਣਾ ਦੁਬਾਰੇ ਨਵੇਂ ਸਿਰੇ ਤੋਂ ਉਹ ਬਹੁਤ ਔਖਾ ਮੈਨੂੰ ਇਸ ਵੇਲੇ ਘੱਟੋ ਘੱਟ ਦਿਖਾਈ ਦੇ ਰਿਹਾ। ਸੁਖਵਿੰਦਰ ਜੀ ਬਿਲਕੁਲ ਬਿਲकुल बिल्कुल आखिरी खबर जी है डॉक्टर साहब वो जुड़ी है कि कांग्रेस का जो काटो कलेश है कैप्टन ते नवजोत सिद्धू विचारे अक्सर सुरजीत सिंह धमान ਜਿਹੜੇ ਅਮਰਗੜ੍ਹ ਤੋਂ ਵਿਧਾਇਕ ਨੇ ਉਹ ਬੋਲਦੇ ਨੇ ਕਿ ਉਹ ਹੁਣ ਫੇਰ ਨਵਾਂ ਬਿਆਨ ਚਰਚਾ ਛੇੜ ਰਿਹਾ ਜਦੋਂ ਸਾਰਾ ਕੁਝ ਸ਼ਾਂਤ ਆ ਤਾਂ ਉਹ ਕਹਿੰਦੇ ਨੇ ਕਿ ਮੈਂ ਕੈਪਟਨ ਸਾਹਿਬ ਦੀ ਅਗਵਾਈ ਚੋਣ ਨਹੀਂ ਲੜਨੀ, ਨਵਜੋਤ ਸਿੱਧੂ ਦੀ ਅਗਵਾਈ ਕਬੂਲ ਹੈ। ਕਿਸ ਤਰ੍ਹਾਂ ਦੇਖਿਆ ਜਾਏ ਇਸ ਨੂੰ? ਸੁਖਵਿੰਦਰ ਜੀ ਮੈਨੂੰ ਇਹ ਲੱਗਦਾ ਹੈ ਕਿ ਸੁਰਜੀਤ ਧਮਾਨ ਜੀ ਨੇ ਜਦੋਂ ਸਭ ਤੋਂ ਅੱਜ ਤੋਂ ਲਗਭਗ 4 ਸਾਲ ਆਪਾਂ ਪਿੱਛੇ ਜਦੋਂ ਜਾਂਦੇ ਹਾਂ ਤਾਂ ਸਭ ਤੋਂ ਪਹਿਲੇ ਜਿਨ੍ਹਾਂ ਨੇ ਕੈਪਟਨ ਸਾਹਿਬ ਦੇ ਖਿਲਾਫ ਕੋਈ ਆਵਾਜ਼ ਬੁਲੰਦ ਕੀਤੀ ਸੀਗੀ ਉਹ ਸੁਰਜੀਤ ਧਮਾਨ ਸੀਗੇ। ਜਦੋਂ ਨਸ਼ਿਆਂ ਦੇ ਮੁੱਦੇ ਤੇ ਗੱਲ ਹੁੰਦੀ ਸੀਗੀ ਔਰ ਉਹਨਾਂ ਨੂੰ ਪੁੱਛਿਆ ਗਿਆ ਕਿ 4 ਹਫ਼ਤਿਆਂ 'ਚ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਨਸ਼ਾ ਦਾ ਲੱਕ ਤੋੜੂੰਗਾ, ਤਾਂ ਉਹਨਾਂ ਨੇ ਪਹਿਲਾਂ ਇਹ ਕਿਹਾ ਸੀਗਾ ਕਿ ਲੱਕ ਹਜੇ ਤੱਕ ਨਹੀਂ ਟੁੱਟਿਆ। ਉਹ ਵੀ ਜਿਹੜੇ ਨੇ ਵੱਡੇ ਮਗਰਮੱਛ ਜਿਹੜੇ ਨੇ ਬਾਹਰ ਨੇ, ਉਹ ਜਦੋਂ ਤੁਸੀਂ ਉਹ ਲਗਾਤਾਰ ਬਿਆਨ ਦੇਖਦੇ ਹਾਂ ਅਸੀਂ ਔਰ 4 ਸਾਲਾਂ ਤੋਂ ਜੇ ਕੋਈ ਕਿਸੇ ਐਮਐਲਏ ਨੇ ਸਭ ਤੋਂ ਵੱਧ ਜੇ ਕੋਈ ਕੈਪਟਨ ਸਾਹਿਬ ਦੇ ਵਿਰੁੱਧ ਆਵਾਜ਼ ਉਠਾਈ ਆ ਉਹ ਸੁਰਜੀਤ ਧਮਾਨ ਨੇ। ਸੋ ਇਸ ਕਰਕੇ ਫਿਲਹਾਲ ਉਹਨਾਂ ਨੇ ਆਪਣਾ ਫੇਰ ਉਹੀ ਸਟੈਂਡ ਦੁਹਰਾਇਆ ਹੈ ਕਿ ਸਾਨੂੰ ਕੈਪਟਨ ਸਾਹਿਬ ਦੀ ਖਾਸ ਤੌਰ ਤੇ ਧਮਾਨ ਸਾਹਿਬ ਇਹ ਕਹਿ ਰਹੇ ਨੇ ਕਿ ਮੈਨੂੰ ਘੱਟੋ ਘੱਟ ਜਿਹੜੀ ਹੈਗੀ ਹੈ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਚੋਣ ਲੜਨਾ ਦਾ ਕੋਈ ਮੈਂ ਇਹਦਾ ਨਹੀਂ ਕਰਾਂਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਿੱਧੂ ਸਾਹਿਬ ਨੂੰ, ਨਵਜੋਤ ਸਿੱਧੂ ਨੂੰ ਤੁਸੀਂ ਅੱਗੇ ਨਹੀਂ ਕਰਦੇ ਜਾਂ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਅੱਗੇ ਕਰ ਲਿਆਉਂਦੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੇ ਨਾਲ ਹੀ ਚੋਣ ਲੜਾਂਗਾ, ਉਹਨਾਂ ਦੇ ਅੰਡਰ ਰਹਿ ਕੇ ਹੀ ਚੋਣ ਲੜਾਂਗਾ, ਮੈਂ ਕੈਪਟਨ ਦੇ ਜਿਹੜਾ ਹੈਗਾ ਅੰਡਰ ਰਹਿ ਕੇ ਚੋਣ ਨਹੀਂ ਲੜਾਂਗਾ। ਇਹ ਇੱਕ ਵੱਡਾ ਬਿਆਨ ਆਇਆ ਖਾਸ ਤੌਰ ਤੇ ਹੁਣ ਜਦੋਂ ਬਹੁਤ ਨੇੜੇ ਦਾ ਸਮਾਂ ਰਹਿ ਗਿਆ ਇਲੈਕਸ਼ਨਾਂ ਦੇ ਵਿੱਚ। ਮੈਨੂੰ ਲੱਗਦਾ ਕਿ ਹੋਰ ਬਹੁਤ ਸਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਜਿਹੜੇ ਐਮਐਲਏ ਸਾਹਿਬਾਨ ਨੇ ਜਿਹੜੇ ਖਾਸ ਤੌਰ ਤੇ ਕਿਸੇ ਵੇਲੇ ਕਹਿੰਦੇ ਸੀਗੇ ਅਸੀਂ ਬਿਲਕੁਲ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਾਂਗੇ, ਤਾਂ ਹੋਰ ਵੀ ਐਮਐਲਏ ਉਹਨਾਂ ਦੇ ਨਾਲ ਆਉਣਗੇ ਔਰ ਲਾਜ਼ਮੀ ਤੌਰ ਤੇ ਜਿਵੇਂ ਕੈਪਟਨ ਸਾਹਿਬ ਕਰ ਰਹੇ ਨੇ ਔਰ ਖਾਸ ਤੌਰ ਤੇ ਮਾਝੇ ਦੇ ਵਿੱਚ ਇੱਕ ਨਵੀਂ ਸਫਬੰਦੀ ਜਿਹੜੀ ਹੈਗੀ ਹੈ ਬਣਾਈ ਜਾ ਰਹੀ ਹੈ, ਨਵੇਂ ਲੋਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਔਰ ਖਾਸ ਤੌਰ ਤੇ ਜੇ ਆਪਾਂ ਜਿਹੜੀ ਮਾਝੇ ਦੀ ਤਿਕੜੀ ਹੈ ਜਿਹਦੇ ਵਿੱਚ ਤ੍ਰਿਪਤ ਰਜਿੰਦਰ ਬਾਜਵਾ ਹੋਰੀ ਨੇ, ਜਿਹਦੇ ਵਿੱਚ ਸੁਖੀ ਰੰਧਾਵਾ ਜੀ ਨੇ ਔਰ ਸੁਖ ਸਰਕਾਰੀਆ ਜੀ ਨੇ, ਉਹਨਾਂ ਦੇ ਪੈਰਲਲ ਨਵੇਂ ਬੰਦਿਆਂ ਨੂੰ ਉਹਨਾਂ ਨੇ ਖੜੇ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਸਰਗਰਮ ਹੋਵੋ ਔਰ ਅਸੀਂ ਤੁਹਾਡੀ ਸਪੋਰਟ ਕਰਾਂਗੇ ਪਿੱਛੋਂ ਔਰ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹਦੇ ਵਿੱਚ ਅਸੀਂ ਤੁਹਾਨੂੰ ਟਿਕਟਾਂ ਵੀ ਦਵਾਵਾਂਗੇ ਔਰ ਅਸੀਂ ਤੁਹਾਨੂੰ ਜਿਹੜਾ ਹੈਗਾ ਅੱਗੇ ਜਿਤਾ ਕੇ ਲੈ ਕੇ ਆਵਾਂਗੇ। ਸੋ ਇਸ ਤਰ੍ਹਾਂ ਦੀ ਜਿਹੜੇ ਮੈਨੂੰ ਲੱਗਦਾ ਕਿ ਅੰਦਰ ਖਾਤੇ ਜਿਹੜਾ ਸਮਝੌਤਾ ਨਜ਼ਰ ਆ ਰਿਹਾ ਔਰ ਇਹਦੇ ਨਾਲ ਕੀ ਹੋਏਗਾ ਕਿ ਲਗਾਤਾਰ ਜਿਵੇਂ ਆਪਾਂ ਪਿਛਲੇ ਦਿਨਾਂ 'ਚ ਦੇਖ ਰਹੇ ਹਾਂ ਕਿ ਜਿਹੜਾ ਖਾਨਾ ਜੰਗੀ ਆ ਕਾਂਗਰਸ ਦੀ ਉਹ ਹੋਰ ਉੱਭਰ ਕੇ ਸਾਹਮਣੇ ਆਏਗੀ ਔਰ 22 ਦੇ ਵਿੱਚ ਜਿਹੜਾ ਹੈਗਾ ਵੱਡਾ ਸੰਕਟ ਆਪਾਂ ਦੇਖ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਕਟ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ। ਸੁਖਵਿੰਦਰ ਜੀ ਜੀ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ।
ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸੋ ਸਿੱਧੇ ਸਵਾਲ ਪ੍ਰੋਗਰਾਮ 'ਚ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਕਾਂਗਰਸ ਦੀ ਖਾਨਾ ਜੰਗੀ ਇੱਕ ਵਾਰ ਫੇਰ ਸ਼ੁਰੂ ਹੋ ਗਈ ਹੈ। ਰੰਗ ਕੀ ਲਿਆਉਂਦੀ ਹੈ ਇਹਦੇ ਉੱਤੇ ਨਜ਼ਰ ਰਹੇਗੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣਾ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।